ਦੋਸਤੋ ਦੋ ਸਕੈਮ ਦੋ ਫਰਾਡ ਅਮਰੀਕਾ ਦੇ ਵਿੱਚ ਇਸ ਟਾਈਮ ਬਹੁਤ ਚੱਲ ਰਹੇ ਨੇ ਔਰ ਦੋਵੇਂ ਹੀ ਆਨਲਾਈਨ ਨੇ। ਤੁਹਾਨੂੰ ਟੈਕਸਟ ਮੈਸੇਜ ਆਉਂਦਾ, ਤੁਹਾਨੂੰ ਈਮੇਲ ਆਉਂਦੀ ਹੈ, ਤੁਹਾਨੂੰ ਪੇਪਰ ਲੈਟਰ ਵੀ ਆਉਂਦਾ ਹੈ। ਉਹ ਦੋ ਜਿਹੜੇ ਸਕੈਮ ਨੇ ਉਹ ਕੀ ਨੇ, ਉਹਨਾਂ ਤੋਂ ਕਿਸ ਨਾਲ ਬਚਣਾ ਹੈ, ਇਹ ਸਾਰੀ ਗੱਲ ਡਿਟੇਲ ਦੇ ਨਾਲ ਤੁਹਾਨੂੰ ਇਸ ਵੀਡੀਓ 'ਚ ਦੱਸਾਂਗਾ। ਪਲੀਜ਼ ਚੈਨਲ ਸਬਸਕ੍ਰਾਈਬ ਕਰ ਲੈਣਾ, ਵੀਡੀਓ ਨੂੰ ਆਖਰ ਤੱਕ ਦੇਖਣਾ। ਤੇ ਦੋਸਤੋ ਪਹਿਲਾ ਸਕੈਮ ਜਿਹਦੇ ਮੁਤਲਕ ਦੋਸਤ ਬਹੁਤ ਜ਼ਿਆਦਾ ਮੈਨੂੰ ਮੈਸੇਜ ਵੀ ਕਰ ਰਹੇ ਨੇ, ਕਾਲਾਂ ਕਰਕੇ ਪੁੱਛ ਰਹੇ ਨੇ ਜੀ ਇਹਦੇ ਤੇ ਵੀ ਕੋਈ ਗੱਲ ਕਰ ਲਓ। ਉਹ ਸਕੈਮ ਇਹ ਵੇ ਕਿ ਤੁਹਾਨੂੰ ਇੱਕ ਟੈਕਸਟ ਮੈਸੇਜ ਆਉਂਦਾ ਹੈ ਅੱਜ ਦੀ ਡੇਟ ਦਾ, ਜਿਸ ਤਰ੍ਹਾਂ ਅੱਜ 3 ਮਈ ਹੈ, ਅੱਜ ਦੀ ਡੇਟ ਦਾ ਮੈਸੇਜ ਆਏਗਾ ਕਿ ਅੱਜ 3 ਮਈ ਨੂੰ ਅੱਜ ਆਪਣਾ ਟੋਲ ਟੈਕਸ ਜਮ੍ਹਾਂ ਕਰਵਾ ਦੇ ਜਿਹੜਾ ਤੂੰ ਯੂਜ਼ ਕੀਤਾ ਲੇਕਿਨ ਅਜੇ ਤੱਕ ਜਮ੍ਹਾਂ ਨਹੀਂ ਕਰਾਇਆ। ਨਹੀਂ ਤੇ ਹੁਣ ਉਹਦੇ 'ਚ ਧਮਕੀਆਂ ਹੁੰਦੀਆਂ ਨੇ, ਤੇਰਾ ਲਾਇਸੈਂਸ ਕੈਂਸਲ ਹੋ ਜਾਏਗਾ, ਤੇਰਾ ਲਾਇਸੈਂਸ ਬਲਾਕ ਹੋ ਜਾਏਗਾ, ਤੇਰੇ ਤੇ ਜੁਰਮਾਨਾ ਹੋ ਜਾਏਗਾ, ਤੇਰੇ ਤੇ ਕੇਸ ਹੋ ਜਾਏਗਾ, ਕੋਈ ਨਾ ਕੋਈ ਉਹਦੇ 'ਚ ਧਮਕੀ ਅਮੇਜ਼ ਹੁੰਦਾ ਤਾਂ ਕਿ ਬੰਦਾ ਡਰ ਜਾਏ। ਉਹ ਤੁਸੀਂ ਦੇਖਦੇ ਹੋ ਯਾਰ ਉਹ ਹੋਏ ਕਿਤੇ ਹੁਣ ਮਸਲਾ ਤਾਂ ਨਹੀਂ ਬਣ ਗਿਆ ਕੋਈ, ਤੁਸੀਂ ਪਰੇਸ਼ਾਨ ਹੁੰਦੇ ਹੋ। ਉਹਦੇ 'ਚ ਦੇਖੋ ਪਹਿਲੀ ਗੱਲ ਦੱਸਦਾ, ਉਹਦਾ ਜੈਲੀ ਹੋਣ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਅੱਜ ਦੀ ਡੇਟ ਹੋਏਗੀ। ਜਿਹਨੂੰ ਵੀ ਉਹ ਟੈਕਸਟ ਮੈਸੇਜ ਆਇਆ ਨਾ, ਮੈਨੂੰ ਪਤਾ ਬਹੁਤ ਸਾਰੇ ਲੋਕ ਦੱਸਣਗੇ ਹੁਣ ਕਮੈਂਟ 'ਚ, ਉਹ ਅੱਜ ਦੀ ਡੇਟ ਹੀ ਹੋਏਗੀ, ਜਿਹੜੀ ਕਰੰਟ ਡੇਟ ਹੋਏਗੀ ਉਹੀ ਹੋਏਗੀ। ਦੂਸਰਾ ਗੱਲ ਹੈ ਵੇ ਕਿ ਹੁਣ ਉਹਨੂੰ ਕਦੀ ਪੈਸੇ ਨਹੀਂ ਭੇਜਣੇ, ਕਦੀ ਕੋਈ ਲਿੰਕ ਨਹੀਂ ਉੱਤੇ ਦਬਾਉਣਾ, ਕੋਈ ਪੈਸਾ ਨਹੀਂ ਭੇਜਣਾ, ਐਸਾ ਫਰਾਡ ਹੈਗਾ। ਹੁਣ ਉਹਦੇ 'ਚ ਦੂਸਰੀ ਗੱਲ ਇਹ ਕਿ ਤੁਹਾਨੂੰ ਸ਼ੱਕ ਪੈ ਜਾਂਦਾ ਯਾਰ ਮੈਂ ਫਲਾਣੀ ਰੋਡ 'ਤੇ ਗਿਆ ਸਾਂ, ਉੱਥੇ ਮੈਂ ਟੋਲ ਪੇ ਨਹੀਂ ਕੀਤਾ ਜਾਂ ਉੱਥੇ ਗਿਆ ਵਾ, ਹੁਣ ਮਤਲਬ ਬੰਦਾ ਸ਼ੱਕ 'ਚ ਆ ਜਾਂਦਾ ਨਹੀਂ ਯਾਰ ਮੈਂ ਵੀ ਆ ਗਿਆ ਸਾਂ, ਮੈਂ ਵੀ ਸੋਚਿਆ ਯਾਰ ਮੈਂ ਸ਼ਿਕਾਗੋ ਗਿਆ ਸੀ ਯਾਰ, ਕਿੱਥੇ ਮੈਂ ਉਹ ਪੇ ਨਹੀਂ ਕੀਤਾ, ਉਹ 'ਤੇ ਨਹੀਂ ਆ ਗਿਆ। ਬੜਾ ਆਸਾਨ ਤਰੀਕਾ ਉਹਨੂੰ ਚੈੱਕ ਕਰਨ ਦਾ, ਇੱਥੇ ਨਹੀਂ ਪੇ ਕਰਨਾ, ਉਹਨਾਂ ਦੀ ਵੈਬਸਾਈਟ 'ਤੇ ਜਾਣਾ। ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਜਿਹੜੀ ਵੀ ਤੁਸੀਂ ਰੋਡ ਯੂਜ਼ ਕੀਤੀ ਹੈ, ਜਿੱਥੇ ਟੋਲ ਤੁਸੀਂ ਦੇਣਾ ਹੁੰਦਾ, ਹਰ ਇੱਕ ਦਾ ਆਪਣੀ ਇੱਕ ਕੰਪਨੀ ਹੁੰਦੀ ਹੈ, ਉਸ ਜਗ੍ਹਾ ਦਾ ਇੱਕ ਜੋ ਵੀ ਉਹਨਾਂ ਦਾ ਸਿਸਟਮ ਹੈਗਾ। ਕੈਨੇਡਾ 'ਚ ਗਏ ਹੋ, ਕੈਨੇਡਾ ਦਾ, ਅਮਰੀਕਾ ਦੀ ਮੁਖਤਲਿਫ ਜਗ੍ਹਾ 'ਤੇ ਆਪਣਾ ਉਹਨਾਂ ਦੀਆਂ ਕੰਪਨੀਆਂ ਹੁੰਦੀਆਂ ਨੇ। ਉਹਦੇ 'ਚ ਦੱਸਦੇ ਨੇ ਕਿ ਬਈ ਤੁਸੀਂ ਹੁਣ ਮਸਲਾ ਸ਼ਿਕਾਗੋ ਗਏ, ਤੁਸੀਂ ਲਿਖੋਗੇ ਕਿ ਵੀ ਸ਼ਿਕਾਗੋ ਮੈਂ ਇਹ ਟੋਲ ਜਿਹੜੀ ਰੋਡ ਹੈਗੀ ਹੈ ਇਹਦਾ ਪਲੀਜ਼ ਦੱਸੋ ਕਿਹੜੀ ਵੈਬਸਾਈਟ, ਤੁਹਾਨੂੰ ਪਤਾ ਲੱਗ ਜਾਏਗੀ ਇਹ ਹੈਗੀ ਹੈ। ਉੱਥੇ ਤੁਸੀਂ ਜਾਓ, ਉਹਨਾਂ ਦੀ ਜਾ ਕੇ ਆਪਣਾ ਜਿਹੜੀ ਤੁਹਾਡੀ ਗੱਡੀ ਦੀ ਪਲੇਟ ਹੈ ਉਹਦਾ ਨੰਬਰ ਤੁਸੀਂ ਦੇਣਾ ਤੇ ਤੁਹਾਡਾ ਸਾਰਾ ਕੱਚਾ ਚਿੱਠਾ ਬਾਹਰ ਆ ਜਾਣਾ ਕਿ ਤੁਹਾਡੇ ਤੇ ਕੋਈ ਡਿਊ ਹੈਗਾ ਕਿ ਨਹੀਂ ਹੈਗਾ। ਵੈਸੇ ਤਾਂ ਮੈਂ ਤੁਹਾਨੂੰ ਦੱਸਦਾ ਜੇ ਡਿਊ ਹੋਵੇ ਨਾ ਤਾਂ ਤੁਹਾਨੂੰ ਘਰ ਲੈਟਰ ਭੇਜਦੇ ਨੇ। ਮੇਰਾ ਜਦੋਂ ਦਾ ਵੀ ਮੇਰਾ ਆਪਣਾ ਐਕਸਪੀਰੀਅੰਸ ਹੈ, ਜਿੱਥੇ ਵੀ ਮੈਂ ਜਾਂਦਾ, ਅਗਰ ਇਹੋ ਜਿਹਾ ਕੋਈ ਮਸਲਾ ਹੋਏ, ਜਿਹੜੇ ਸਿਰਫ ਕੈਮਰੇ 'ਚ ਤਸਵੀਰਾਂ ਲੈ ਲੈਂਦੇ ਨੇ, ਉਹ ਬਾਅਦ 'ਚ ਤੁਹਾਨੂੰ ਉਹ ਕਰਦੇ ਨੇ। ਜਾਂ ਤੁਸੀਂ ਅਗਰ ਅਕਾਊਂਟ ਬਣਾਇਆ ਤਾਂ ਅਕਾਊਂਟ ਦੇ ਵਿੱਚ ਤੁਹਾਡਾ ਬੈਲੈਂਸ ਆ ਜਾਂਦਾ। ਜੇ ਤੁਹਾਡੇ ਕੋਲ ਦੋਵੇਂ ਚੀਜ਼ਾਂ ਨਹੀਂ ਹੋ ਰਹੀਆਂ ਤਾਂ ਫਿਰ ਤੁਸੀਂ ਉਹਨਾਂ ਦੇ ਉੱਥੇ ਜਾ ਕੇ ਚੈੱਕ ਕਰਕੇ ਆਪਣੀ ਤਸੱਲੀ ਕਰ ਲਓ। ਅਗਰ ਉੱਥੇ ਡਿਊ ਹੈ ਤਾਂ ਫਿਰ ਉੱਥੇ ਪੇ ਕਰਨਾ ਹੈ, ਟੈਕਸਟ ਮੈਸੇਜ ਦਾ ਜਵਾਬ ਨਹੀਂ ਦੇਣਾ। ਹੁਣ ਆ ਗਿਆ ਦੂਸਰਾ ਸਕੈਮ, ਦੂਸਰਾ ਫਰਾਡ। ਇਹ ਨਵਾਂ ਫਰਾਡ ਹੈ, ਇਹ ਪਹਿਲੇ ਕਦੀ ਸੁਣੀਦਾ ਸੀ ਥੋੜਾ ਬਹੁਤਾ, ਲੇਕਿਨ ਹੁਣ ਬਹੁਤ ਜ਼ਿਆਦਾ। ਔਰ ਇਹ ਮੈਨੂੰ ਵੀ ਲੈਟਰ ਆ ਚੁੱਕੇ ਨੇ, ਇੱਕ ਨਹੀਂ ਆਇਆ 3 ਲੈਟਰ ਆ ਚੁੱਕੇ ਨੇ। ਹੁਣ ਉਹ ਕੀ ਹੈ ਜੀ, ਹੁਣ ਮੈਂ ਜਿਹੜੇ ਬੈਂਕ ਯੂਜ਼ ਕਰ ਰਿਹਾ ਵਾਂ, ਸਾਡੇ ਕੋਲ ਜ਼ਾਹਰ ਹੈ ਸਾਰਿਆਂ ਕੋਲੋਂ ਬੇਤਹਾਸ਼ਾ ਉਹ ਕ੍ਰੈਡਿਟ ਕਾਰਡ ਹੁੰਦੇ ਨੇ, ਬੈਂਕ ਯੂਜ਼ ਕਰ ਰਹੇ ਹੁੰਦੇ, ਸਭ ਕੁਛ ਹੁੰਦੇ ਨੇ, ਕੋਈ ਨਾ ਕੋਈ ਤੇ ਉਸ ਚੱਕਰ 'ਚ ਫਸ ਹੀ ਜਾਂਦਾ ਨਾ। ਹੁਣ ਮੈਂ ਇੱਕ ਬੈਂਕ ਯੂਜ਼ ਕਰ ਰਿਹਾ, ਉਹਦਾ ਨਾਂ ਲੈ ਕੇ ਇੱਕ ਲੈਟਰ ਆ ਜਾਂਦਾ ਜੀ ਇਸ ਬੈਂਕ ਨੂੰ ਸੂ ਕੀਤਾ ਅਸੀਂ 50 ਮਿਲੀਅਨ ਦਾ, 200 ਮਿਲੀਅਨ ਦਾ, 250 ਮਿਲੀਅਨ ਦਾ ਸੂ ਹੋ ਗਿਆ ਕਾਮਯਾਬ, ਔਰ ਤੇਰਾ ਵੀ ਉਹਦੇ ਵਿੱਚ ਹਿੱਸਾ ਹੈ ਕਿਉਂਕਿ ਤੇਰਾ ਬੈਂਕ ਸੀ। ਤੇ ਇਸ ਵਾਸਤੇ ਹੁਣ ਤੂੰ ਹਿੱਸਾ ਲੈਣਾ ਤੇ ਥੱਲੇ ਫਾਰਮ ਹੈਗਾ, ਇਹਨੂੰ ਫਿਲ ਕਰ, ਆਪਣੀ ਇਨਫੋਰਮੇਸ਼ਨ ਭੇਜ। ਕਈ ਸਿਰਫ ਇਨਫੋਰਮੇਸ਼ਨ ਲੈਣਗੇ, ਯਾਦ ਰੱਖਣਾ। ਮੇਰੇ ਕੋਲ ਇੱਕ ਇਨਫੋਰਮੇਸ਼ਨ ਨਾਲ ਆਇਆ ਕਿ ਸਿਰਫ ਇਨਫੋਰਮੇਸ਼ਨ ਭੇਜ ਦੇ, ਇੱਕ ਮੇਰੇ ਕੋਲ ਆਇਆ ਕਿ ਇਨਫੋਰਮੇਸ਼ਨ ਵੀ ਦੇ ਤੇ ਨਾਲ ਇਹ $150 ਵੀ ਦੇ, ਇਹ $100 ਵੀ ਦੇ, ਮਤਲਬ ਮੁਖਤਲਿਫ ਰੇਟ ਹੁੰਦੇ ਨੇ ਇਹਦੇ। ਅਗਰ ਤੂੰ ਇਹ ਪੈਸੇ ਪੇ ਨਾ ਕੀਤੇ ਤੇ ਤੈਨੂੰ ਤੇਰਾ ਇਹ ਜਿਹੜਾ ਮਿਲੀਅਨਸ ਆਫ ਡਾਲਰ ਆ ਰਹੇ ਨੇ ਨਾ, ਉਹਦੇ 'ਚੋਂ ਤੈਨੂੰ ਤੇਰਾ ਹਿੱਸਾ ਨਹੀਂ ਮਿਲਣਾ। ਇਹ ਕਰ, ਇਹ ਇੱਕ ਸਕੈਮ ਚੱਲ ਰਿਹਾ। ਹੁਣ ਇਹਦੇ ਵਿੱਚ ਜੈਨੂਇਨ ਵੀ ਹੁੰਦਾ, ਜੇ ਮੈਂ ਤੁਹਾਨੂੰ ਦੱਸਦਾ ਕਈ, ਮਗਰ ਉਹ ਜੈਨੂਇਨ ਇਸ ਤਰ੍ਹਾਂ ਹੁੰਦਾ ਕਿ ਤੁਹਾਨੂੰ ਤਾਂ ਪਤਾ ਹੀ ਨਹੀਂ ਹੁੰਦਾ। ਤੁਹਾਡੀ ਮਤਲਬ ਕੋਈ ਆਇਡੈਂਟੀ ਥੈਫਟ ਹੋ ਗਈ ਹੈ, ਉਹ ਤੁਹਾਡਾ ਮਤਲਬ ਉਹਨਾਂ ਨੇ ਸੂ ਕਰ ਦਿੱਤਾ ਕਿਸੇ ਨੇ, ਤੁਹਾਨੂੰ ਤਾਂ ਪਤਾ ਹੀ ਨਹੀਂ ਸੂ ਹੈ, ਤੇ ਉਹ ਇੱਕਦਮ ਫਿਰ ਤੁਹਾਨੂੰ ਲੈਟਰ ਆਉਂਦਾ ਕਿ ਵੀ ਇਹ ਤੁਹਾਡਾ ਸੂਦ ਆ ਰਿਹਾ। ਕਈ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ, ਲੈਟਰ ਵੀ ਨਹੀਂ ਆਉਂਦਾ ਤੇ ਚੈੱਕ ਵੀ ਆਉਂਦੇ ਨੇ ਘਰ, ਇਹ ਵੀ ਨਾਲ ਸਿਸਟਮ ਹੁੰਦਾ। ਹੁਣ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ ਯਾਰ ਇਹ ਫਲਾਣਾ ਬੈਂਕ ਤੇ ਮੇਰਾ ਬੈਂਕ ਹੈ ਤੇ ਇਹਨੂੰ ਸੂ ਹੈ ਤੇ ਮੈਂ ਹੁਣ ਕੀ ਕਰਾਂ, ਇਹਨੂੰ ਪੈਸੇ ਭੇਜਾਂ, ਇਨਫੋਰਮੇਸ਼ਨ ਦੇਵਾਂ? ਨਹੀਂ, ਪਰੇਸ਼ਾਨ ਨਹੀਂ ਹੋਣਾ, ਉਹਨੂੰ ਕੁਛ ਵੀ ਨਹੀਂ ਕਰਨਾ। ਉਹਦਾ ਬੜਾ ਹੀ ਆਸਾਨ ਨਾਲ ਦੱਸਣ ਲੱਗਾ, ਉਸ ਬੈਂਕ ਦੀ ਕਸਟਮਰ ਸਰਵਿਸ 'ਤੇ ਫੋਨ ਕਰਨਾ, ਉਹਨਾਂ ਨੂੰ ਕਹਿਣਾ ਕਿ ਵੀ ਇਹ ਤੁਸੀਂ ਮੈਨੂੰ ਲੈਟਰ ਭੇਜਿਆ, ਇਹ ਤੁਸੀਂ ਮੈਨੂੰ ਪੁੱਛਿਆ ਕਿ ਵੀ ਆਪਣੀ ਇਨਫੋਰਮੇਸ਼ਨ ਦੇ ਔਰ ਮੈਨੂੰ ਤੁਸੀਂ ਇੰਨੇ ਪੈਸੇ ਦਿਓਗੇ, ਇਹ ਤੁਸੀਂ ਮੈਨੂੰ ਭੇਜਿਆ। ਉਹ ਤੁਹਾਨੂੰ ਸਾਰੀ ਵੈਰੀਫਾਈ ਕਰ ਦੇਣਗੇ, 1 ਮਿੰਟ ਦੀ ਗੱਲ ਹੈ। ਮੈਂ ਤਾਂ ਜਿਹਨੂੰ ਵੀ ਕੀਤਾ ਉਹਨਾਂ ਨੇ ਅੱਗੋਂ ਮੈਨੂੰ ਬੁਰਾ ਹੀ ਮਨਾਇਆ, ਗੁੱਸਾ ਹੀ ਕੀਤਾ ਕਿ ਅਸੀਂ ਕਿਉਂ ਪਾਗਲਾਂ ਅਸੀਂ ਤੈਨੂੰ ਭੇਜੀਏ। ਇਸ ਵਾਸਤੇ ਇੱਕ ਸਕੈਮ ਹੈਗਾ। ਕੋਈ ਆਪਣੀ ਇਨਫੋਰਮੇਸ਼ਨ ਦੇ ਕੇ ਨਹੀਂ ਉਹਨਾਂ ਨੂੰ ਵਾਪਸ ਭੇਜ ਦੇਣਾ ਲੈਟਰ, ਕੋਈ ਪੈਸੇ ਚਾਰਜ ਨਹੀਂ ਕਰਾਣੇ ਕਿ ਬਈ ਫੀਸ ਜਮ੍ਹਾਂ ਕਰਾਈਏ ਤੇ ਫਿਰ ਸਾਨੂੰ ਹੋਰ ਆਏਗੀ। ਉਹ 100-200 ਲੈ ਕੇ ਜੋ ਵੀ ਉਹਨੇ ਲੈ ਕੇ ਚਲੇ ਜਾਣਾ, ਤੁਹਾਨੂੰ ਕੁਛ ਨਹੀਂ ਮਿਲਣਾ। ਇਸ ਵਾਸਤੇ ਨਹੀਂ। ਹਾਂ, ਜਦੋਂ ਤੁਸੀਂ ਖਬਰਾਂ 'ਚ ਸੁਣਦੇ ਹੋ ਤੇ ਤੁਹਾਡੇ ਬੈਂਕ ਦਾ ਨਾਮ ਦੱਸਾਂ, ਮੇਰਾ ਇੱਕ ਬੈਂਕ ਹੈ ਉਹ ਸੂ ਹੈ, ਤੇ ਉਹ ਬੈਂਕ ਨੇ ਦਾ ਮੈਂ ਖਬਰਾਂ 'ਚ ਪੜ੍ਹਿਆ 3-4 ਦਿਨ ਪਹਿਲੇ, ਖਬਰਾਂ 'ਚ ਹੋਇਆ ਜੀ ਇਹ ਹੋ ਗਿਆ ਤੇ ਹੁਣ ਜਿੰਨੇ ਵੀ ਉਹਦੇ ਹੈਗੇ ਨੇ ਉਹਨਾਂ ਨੂੰ ਪੈਸੇ ਮਿਲਣਗੇ। ਉਹ ਪੈਸੇ ਕਿੰਨੇ ਹੁੰਦੇ ਨੇ, $1 ਮਿਲੀਅਨ ਹੁੰਦਾ ਤੇ ਪਿੱਛੇ ਉਹਦੇ ਕਸਟਮਰ ਵੀ ਤੇ ਹਜ਼ਾਰਾਂ ਲੱਖਾਂ 'ਚ ਹੁੰਦੇ ਨੇ। ਤਾਂ ਕਿਸੇ ਨੂੰ 300 ਮਿਲ ਜਾਂਦਾ, ਕਿਸੇ ਨੂੰ 2000 ਮਿਲ ਜਾਂਦਾ, 500 ਮਿਲਦਾ, ਡਿਪੈਂਡ ਕਰਦਾ। ਤੇ ਉਹ ਮੈਨੂੰ ਕਨਫਰਮ ਹੈ ਕਿ ਯਾਰ ਇਹ ਖਬਰ 'ਚ ਚੱਲ ਗਿਆ, ਹੁਣ ਮੈਨੂੰ ਤਾਂ ਵੈਰੀਫਾਈ ਕਰਨ ਦੀ ਜ਼ਰੂਰਤ ਨਹੀਂ, ਔਰ ਉਹਦਾ ਲੈਟਰ ਵੀ ਨਹੀਂ ਜੇ ਆਉਣਾ।
ਉਹਦਾ ਮੈਨੂੰ ਸਿੱਧਾ ਚੈੱਕ ਹੀ ਆਣਾ, ਮੈਨੂੰ ਪਤਾ ਹੈ ਇਹਨਾਂ ਦਾ ਤਰੀਕਾਕਾਰ ਹੈ। ਲੈਟਰ ਵਾਲੇ 99% ਫਰਾਡ ਹੈ, ਲੇਕਿਨ ਜੇ ਤੁਹਾਨੂੰ ਸ਼ੱਕ ਹੁੰਦਾ ਤੇ ਜਿਸ ਤਰ੍ਹਾਂ ਉਹ ਚੈੱਕ ਕੀਤਾ ਨਾ ਟੋਲਟ ਵਾਲਾ, ਇਸ ਤਰ੍ਹਾਂ ਹੀ ਇਹ ਵੀ ਚੈੱਕ ਕਰ ਲੈਣਾ ਕਸਟਮਰ ਸਰਵਿਸ ਤੇ ਫੋਨ ਕਰਕੇ। ਇਹ 2 ਸਕੈਮ ਬਹੁਤ ਨੇ, ਦੋਸਤਾਂ ਨੇ ਇਹਦੇ ਨਾਲ ਮੇਰੀ ਤਵੱਜੋ ਵੀ ਦਵਾਈ। ਦੂਜਾ ਜਿਹੜਾ ਉਹ ਤੇ ਮੇਰਾ ਆਪਣਾ ਜ਼ਾਤੀ ਐਕਸਪੀਰੀਅੰਸ ਹੈ। ਪਹਿਲਾ ਜਿਹੜਾ ਉਹ ਮੈਨੂੰ ਐਕਸਪੀਰੀਅੰਸ ਹੋ ਚੁੱਕਿਆ ਸਾਲ 1.5 ਸਾਲ ਪਹਿਲੇ, ਹੁਣ ਦੁਬਾਰਾ ਦੋਸਤ ਨੂੰ ਆ ਰਿਹਾ ਮੈਸੇਜ। ਇਸ ਵਾਸਤੇ ਤੁਸੀਂ ਪਲੀਜ਼ ਜ਼ਰਾ ਇਹਤਿਆਤ ਕਰਨੀ ਹੈ। ਔਰ ਹਮੇਸ਼ਾ ਯਾਦ ਰੱਖੋ, ਆਨਲਾਈਨ ਕਦੀ ਕਿਸੇ ਨੂੰ ਪੇਮੈਂਟ ਨਹੀਂ ਕਰਨੀ ਹੁੰਦੀ ਹੈ। ਆਨਲਾਈਨ ਫੋਨ ਨਹੀਂ ਸੁਣਨਾ ਹੁੰਦਾ ਇਹੋ ਜਿਹਾ ਕੋਈ ਸਰਕਾਰੀ ਜਾਂਦਾ ਉਹ ਤੇਰਾ ਮਸਲਾ ਹੈ, ਇਮੀਗ੍ਰੇਸ਼ਨ ਵਾਲੇ ਦਾ ਮੈਂ ਇਮੀਗ੍ਰੇਸ਼ਨ ਡਿਪਾਰਟਮੈਂਟ 'ਚ ਕੰਮ ਕਰਨਾ, ਤੇਰੇ ਇੰਨੇ ਨੇ ਚੱਲ $200 ਦੇ, ਤੇਰਾ ਮਸਲਾ ਬਣ ਗਿਆ, ਤੇਰਾ ਕਾਗਜ਼ ਬਣ ਗਿਆ, ਫਲਾਣੀ ਜਗ੍ਹਾ ਤੇ ਸਾਨੂੰ ਮਿਲ ਲਾ ਕੇ। ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਬਿਲਕੁਲ। ਕਿਸੇ ਨੂੰ ਆਨਲਾਈਨ ਫੋਨ ਦੇ ਉੱਤੇ, ਟੈਕਸਟ ਮੈਸੇਜ ਦੇ ਉੱਤੇ, ਈਮੇਲ ਦੇ ਉੱਤੇ ਕਦੀ ਕੋਈ ਪੇਮੈਂਟ ਨਹੀਂ ਕਰਨੀ ਜਿੰਨੀ ਦੇਰ ਤੱਕ ਤੁਸੀਂ ਵੈਰੀਫਿਕੇਸ਼ਨ ਨਾ ਕਰ ਲਓ, ਕਿਉਂਕਿ ਮਾਸੂਮ ਲੋਕਾਂ ਨੂੰ ਪਾਗਲ ਬਣਾ ਲੈਂਦੇ ਨੇ ਔਰ ਕਈ ਵਾਰੀ ਐਸਾ ਲਾਲਚ ਦੇ ਦਿੰਦੇ ਨੇ ਕਿ ਬੰਦਾ ਲਾਲਚ ਆ ਜਾਂਦਾ, ਜਿਹਦੀ ਮੈਂ ਤੁਹਾਨੂੰ ਹੁਣੇ ਮਿਸਾਲ ਦਿੱਤੀ ਹੈ। ਥੈਂਕ ਯੂ ਸੋ ਮਚ। ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ।